ਇੱਥੋਂ ਜਦੋਂ ਜਾਂਦੇ ਆ ਭਰਤਗੜ੍ਹ ਬਾਬਾ ਜੀ ਜਿੱਥੇ ਸੇਵਾ ਚੱਲਦੀ ਆ, ਉਸ ਤੋਂ 1.5-2 ਕਿਲੋਮੀਟਰ ਮੈਂ ਐਤਕੀ ਕਥਾ ਕਰਕੇ ਆਇਆ। ਉੱਥੇ ਭਾਊਵਾਲ ਪਿੰਡ ਪੈਂਦਾ, ਉੱਥੇ ਉਹ ਸਿੰਘ ਭਾਈ ਜਗਤਾਰ ਸਿੰਘ, ਉਹ ਕਹਿੰਦਾ ਅਚਾਨਕ ਇੱਕ ਦਿਨ ਕੀ ਹੋਇਆ, ਏਦਾਂ ਹੀ ਆਵਾਜ਼ ਆਈ, ਭਾਈ ਗੁਰਮੁਖਾ ਜਿਹੜਾ ਤੁਹਾਡੇ ਆ ਘਰ ਦੀ ਆ ਪਾਸਾ ਨਾ ਉੱਤਰ ਦਿਸ਼ਾ ਵਾਲਾ, ਜਦੋਂ ਅਸੀਂ ਸਰਸਾ ਪਾਰ ਕੀਤੀ ਗੁਰਮੁਖਾ, ਉਦੋਂ ਭਾਈ ਉਦੇ ਸਿੰਘ ਜੀ ਸਾਡੇ ਨਾਲ ਆ ਗਏ ਸੀ ਤੇ ਇਹਨਾਂ ਨੂੰ ਅਸੀਂ ਉੱਥੇ ਵਾਪਸ ਮੋੜਿਆ ਸੀ ਤੇ ਭਾਈ ਅਜੀਤ ਸਿੰਘ ਨੂੰ ਨਾਲ ਲਿਆ ਸੀ। ਭਾਈ ਉਦੇ ਸਿੰਘ ਦੀ ਸ਼ਹੀਦੀ ਇੱਥੇ ਲਿਖੀ ਸੀ ਤੇ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਚਮਕੌਰ ਸਾਹਿਬ ਲਿਖੀ ਸੀ। ਅਸੀਂ ਇਸ ਥਾਂ ਤੇ 13 ਮਿੰਟ ਖਲੋਤੇ ਸੀ ਫੌਜਾਂ ਸਮੇਤ। ਤੁਸੀਂ ਇੱਥੇ ਜੋੜਾਂ ਨਾਲ ਜਾਇਆ ਕਰੋ ਨਾ, ਤੁਸੀਂ ਇੱਥੇ ਕੋਈ ਗੰਦਗੀ ਸਿੱਟੇ, ਇੱਥੇ ਥੋੜਾ ਥਾਂ ਵੜੋ, ਇੱਥੇ ਸੁੰਦਰ ਇੱਕ ਕਮਰਾ ਬਣਾ ਦਿਓ ਛੋਟਾ ਜਿਹਾ, ਉਹਦੇ ਵਿੱਚ ਭਾਈ ਹਮੇਸ਼ਾ ਕੜਾਹ ਪ੍ਰਸ਼ਾਦ ਰੋਜ਼ ਇੱਕ ਬਣਾ ਦਿਆ ਕਰੋ, ਹੌਲੇ ਪ੍ਰਕਾਸ਼ ਨਾ ਕਰਿਓ। ਤੁਸੀਂ ਇਸ ਥਾਂ ਦੇ ਉੱਤੇ ਹੌਲੀ ਹੌਲੀ, ਉਹਨਾਂ ਨੇ ਕਿਹਾ ਹੁਣ ਅਖੰਡ ਪਾਠ ਸਾਹਿਬ ਕਰਾਓ। ਇਸ ਵਾਰੀ ਮੈਨੂੰ ਬੁਲਾਇਆ ਕਥਾ ਤੇ, ਉਹਨਾਂ ਨੇ ਕਹਿੰਦੇ ਵੀ ਤੁਹਾਡਾ ਹੁਕਮ ਹੋਇਆ ਕਥਾ ਦਾ ਵੀ ਉਹਨਾਂ ਨੂੰ ਬੁਲਾ ਕੇ ਲਿਆਓ। ਮੈਂ ਚਲੋ, ਤੇ ਮੈਂ ਉੱਥੇ ਬਹਿ ਕੇ ਕਥਾ ਕਰਕੇ ਆਇਆ। ਬਹੁਤ ਬਹੁਤ ਆਨੰਦ ਬਣਿਆ। ਉਹ ਸਿੰਘ ਕਹਿੰਦਾ ਮਹਾਰਾਜ ਮੈਨੂੰ ਕਹਿੰਦੇ ਬਚਨ ਇਹ ਪ੍ਰੇਰਨਾ ਆਈ ਵੀ ਜਿੰਨੇ ਵੀ ਆਉਣਗੇ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਸਾਡੇ ਵੱਲੋਂ, ਜਿਹੜਾ ਵੀ 5 ਬਾਣੀਆਂ ਕਰੂਗਾ, ਰਹਿ ਰਾਸ ਕੀਰਤਨ 16 7 ਬਾਣੀਆਂ ਪੜੂਗਾ, ਉਹਦਾ ਕੋਈ ਕੰਮ ਨਹੀਂ ਰੁਕਣ ਦਿਆਂਗੇ। ਆਖੋ ਸਤਨਾਮ ਸ੍ਰੀ। ਤੁਹਾਡੇ ਵਿੱਚੋਂ ਮੈਂ ਇੱਕ ਗੱਲ ਦੇਖਦੀ, ਬੜੇ ਚਿਰ ਹੱਥ ਕਦੇ ਖੜੇ ਨਹੀਂ ਕਰਾਏ। ਤੁਸੀਂ ਦੱਸੋ ਤੁਹਾਡੇ ਚ 5 ਬਾਣੀਆਂ ਕੌਣ ਪੜਦਾ ਰੋਜ਼? ਕਿੰਨੇ ਕਰਦੇ ਆ? ਮਾੜੇ ਹੱਥ ਖੜੇ ਕਰੋ, ਮੈਂ ਆਪਾਂ ਨੂੰ ਪਤਾ ਲੱਗ ਜਾਵੇ 5 ਬਾਣੀ ਵਾਲੇ ਕਿੰਨੇ ਕਿੰਨੇ। ਇੰਨੇ ਕੀ ਕਰਦੇ ਆ, ਬਾਕੀ ਕੋਈ ਨਹੀਂ ਕਰਦਾ ਤੁਹਾਡੇ ਚ। ਮਾਈਆਂ ਤੇ ਕਰਦੀਆਂ ਹੀ ਨਹੀਂ ਆ ਇਹਨਾਂ ਨਾਲ ਜਪਜੀ। ਕੱਲ ਇੱਕ ਮਾਤਾ ਬੀਬੀ ਕਹਿੰਦੀ ਮੈਨੂੰ ਜਪਜੀ ਸਾਹਿਬ, ਮੈਂ ਕਿਹਾ ਮੈਂ ਅਨਪੜ੍ਹ, ਵਾਹਿਗੁਰੂ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਕਰਦੀ ਆ, ਮੈਂ ਅਨਪੜ੍ਹ ਹਾਂ। ਮੈਂ ਕਿਹਾ ਬੀਬੀ ਜਦੋਂ ਵਿਆਹ ਹੁੰਦਾ ਉਦੋਂ ਟੱਪੇ ਬੋਲੀਆਂ ਘੋੜੀਆਂ ਇਹ ਸਾਰੀਆਂ ਬੀਬੀਆਂ ਯਾਦ ਚਾਹੇ ਅਨਪੜ੍ਹ ਹੀ ਹੋਵੇ। ਜਿਹੜੀ ਅਨਪੜ੍ਹ ਹੋਊਗੀ ਉਹ ਕਹਿੰਦੀ ਮੈਂ ਗੀਤ ਗਾਉਣੀ ਆ, ਮੈਂ ਸਿੱਠਣੀਆਂ ਦਿੰਦੀ ਆ, ਮੈਂ ਏਦਾਂ ਕਰਦੀ ਆ। ਮਕਾਨ ਜਾਂਦੀਆਂ ਤੇ ਉਹ ਸਭ ਤੋਂ ਜ਼ਿਆਦਾ ਉਹ ਹੀ ਬੋਲਦੀ ਹੁੰਦੀ, ਤੇ ਤੈਨੂੰ ਬਾਣੀ ਨਹੀਂ ਕੰਠ ਹੋਈ। ਇਹ ਸਭ ਹੁਜਤਾਂ ਨੇ, ਐਵੇਂ ਖਾਮ ਖਾਂ ਹੁਜਤਾਂ ਕਰਦੀਆਂ ਇਹ ਵੀ ਸਾਨੂੰ ਪਾਠ ਨਹੀਂ ਕੰਠ। ਕਿਉਂ? ਜਿਹੜਾ ਚੰਗਾ ਕੰਮ ਆ ਉਹ ਕਰਨ ਨੂੰ ਤੁਹਾਡਾ ਚਿੱਤ ਨਹੀਂ ਕਰਦਾ। ਇਹ ਨਹੀਂ ਕਿ ਅਸੀਂ ਮਹਾਰਾਜ ਤੱਕ ਸੁਨੇਹਾ ਨਹੀਂ ਪਹੁੰਚਾਉਂਦੇ, ਮਹਾਂਪੁਰਖਾਂ ਕੋਲ ਜਾ ਰੋਂਦੇ ਆ ਕਈਆਂ ਕੋਲੇ ਵੀ ਆ ਪੰਥ ਨੂੰ ਸੰਭਾਲੋ। ਮਹਾਰਾਜ ਨੂੰ ਮਹਾਂਪੁਰਖ ਜਾਏ ਕਹਿੰਦੇ ਆ ਸਿੱਖ ਕੌਮ ਤੇ ਕਿਰਪਾ ਕਰੋ, ਪੰਥ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਕਿਹੜੇ? ਆਹ ਇਹਨੂੰ ਤੁਸੀਂ ਕਹਿੰਦੇ ਸਾਡੀ ਕੌਮ ਹੈ ਇਹ? ਮੈਂ ਦਿਖਾਓ ਲਿਆ ਹੋਏ ਮੇਰੇ 1699 ਵਿੱਚ ਜਿਹੜੀ ਮੈਂ ਮਰਿਆਦਾ ਬਣਾਈ, 1708 ਤੱਕ ਜਿਹੜੀ ਕਾਇਮ ਕੀਤੀ ਸੀ, ਮੈਨੂੰ ਇੱਕ ਸਿੱਖ ਦਿਖਾਓ ਇਹਨਾਂ ਚ ਜਿਹੜਾ ਮੇਰੀ ਮਰਿਆਦਾ ਦੱਸੀ ਹੋਈ ਨੂੰ ਕਮਾਉਂਦਾ। ਮੈਂ ਅੱਜ ਕਿਰਪਾ ਕਰਦਾ ਲਿਓ। ਕਹਿ ਰਹੇ ਇਹ ਜਿਹੜੀ ਅਸੀਂ ਚਲਾਈ ਸੀ ਇਹਨਾਂ ਨੇ ਬਦਲ ਬਦਲ ਕੇ ਉਹ ਸਾਰਾ ਕੁਝ ਉਲਟ ਚੁਲਟ ਕਰ ਛੱਡਿਆ। ਕਹਿੰਦੇ 1699 ਤੋਂ 1708 ਤੱਕ ਵਾਲਾ ਸਿੱਖ ਲਿਆਓ, ਮੈਂ ਹੁਣੇ ਬਖਸ਼ਿਸ਼ ਕਰਦਾ। ਇਹ ਨਹੀਂ ਕਰਦੇ ਜੋਗੇ ਕੁਝ। ਨਾਰਾਜ਼ਗੀਆਂ ਤੁਸੀਂ ਇੰਨੀਆਂ ਖੱਟ ਕੇ ਬੈਠੇ ਉਹਨਾਂ ਦੀਆਂ, ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕਰੈਤਾਂ ਇੰਨੀਆਂ ਕਰੀ ਫਿਰਦੇ ਨੇ। ਅੰਮ੍ਰਿਤਧਾਰੀ ਬਹੁਤ ਕਰੈਤਾਂ ਕਰੀ ਫਿਰਦੇ ਆ। ਇੱਕ ਵਾਰ ਮਹਾਰਾਜ ਨੇ ਦੱਸਿਆ, ਕਹਿੰਦੇ ਕਈ ਲੱਖ ਸਿੰਘ ਤਾਂ ਹੈ ਜਾ ਜਿਨ੍ਹਾਂ ਦੇ 2 ਪੈਰਾਂ ਤੋਂ ਕਸ਼ਹਿਰਾ ਉਤਰਿਆ ਨਹਾਉਂਦਿਆਂ ਜਾਂ ਕਿਵੇਂ ਵੀ, ਉਹਨਾਂ ਨੇ 5 ਸਿੰਘਾਂ ਤੋਂ ਅਰਦਾਸ ਨਹੀਂ ਕਰਾਈ ਅੱਜ ਤੱਕ। ਕਹਿੰਦੇ ਜਦੋਂ ਮੈਂ ਕਿਹਾ ਸੀ ਵੀ ਜੇ ਕਸ਼ਹਿਰਾ 2 ਪਹੁੰਚੇ ਉਤਰ ਜਾਣ ਤਾਂ 5 ਸਿੰਘਾਂ ਤੋਂ ਅਰਦਾਸ ਕਰਾਉਣੀ ਹੈ। ਕਹਿੰਦੇ ਫਿਰ ਉੱਥੇ ਬਖਸ਼ਿਸ਼ ਰੁਕ ਜਾਂਦੀ ਹੈ। ਕੰਗੇ ਦੇ ਦੰਦੇ ਟੁੱਟੇ ਹੋਏ ਆ, ਰਾਤ ਨੂੰ ਸੁੱਤਿਆ ਕੰਗਾ ਉਹ ਹੁੰਦਾ, ਸਿੰਘ ਉਹ ਹੁੰਦਾ, ਕਿਰਪਾਨ ਇਹਨਾਂ ਦੀ ਨੂੰ ਜਗਾਲ ਲੱਗਿਆ ਹੁੰਦਾ। ਅੱਜ ਵੀ ਮੈਂ ਕਿਹਾ ਸੀ ਬਾਬਾ ਜੀ ਨੂੰ, ਮੈਂ ਕਿਹਾ ਖੂੰਜੇ 'ਚ ਕਿਰਪਾਨ ਸ਼ਸਤਰ ਰੱਖੇ। ਕਹਿੰਦੇ ਅੱਜ ਮੈਂ ਇਹ ਨਹੀਂ ਰੱਖਣੇ। ਅਲਮਾਰੀ ਸ਼ਸਤਰਾਂ ਲਈ ਅਲਮਾਰੀ ਰੱਖੋ ਘਰ, ਪੋਥੀਆਂ ਲਈ ਉੱਪਰਲੇ ਖਾਨੇ 'ਚ ਤੁਸੀਂ ਰੱਖੋ ਪੋਥੀਆਂ, ਸ਼ਸਤਰ। ਵੈਸੇ ਤਾਂ ਮਹਾਰਾਜ ਸ਼ਸਤਰ ਉੱਤੇ ਰੱਖਦੇ ਆ, ਪੋਥੀਆਂ ਥੱਲੇ ਰੱਖਦੇ ਆ। ਮਹਾਰਾਜ ਦੇਖਦੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਸਤਰ ਉੱਪਰ ਆ ਤੇ ਪ੍ਰਕਾਸ਼ ਥੱਲੇ ਨੀਵਾਂ।
1 ਫੁੱਟ 1.5 ਫੁੱਟ ਨੀਵਾਂ ਹੀ ਆ। ਸ੍ਰੀ ਅਨੰਦਪੁਰ ਸਾਹਿਬ ਵੀ ਪ੍ਰਕਾਸ਼ ਬਾਹਰ ਹੈ, ਅੰਦਰ ਥੜੇ ਤੇ ਸ਼ਸਤਰ ਹੈ। ਸ੍ਰੀ ਹਜੂਰ ਸਾਹਿਬ ਸ਼ਸਤਰ ਉੱਪਰ ਨੇ, ਪ੍ਰਕਾਸ਼ 4 ਫੁੱਟ ਥੱਲੇ ਹੈ। ਕਦੇ ਅਕਲ ਨੂੰ ਹੱਥ ਮਾਰਿਆ ਕਰੋ ਵੀ ਉਹਨਾਂ ਨੇ ਸ਼ਸਤਰਾਂ ਦਾ ਇੰਨਾ ਸਤਿਕਾਰ ਕਿਉਂ ਕੀਤਾ। ਇਹ ਸ਼ਸਤਰ ਸਰਗੁਣ ਰੂਪ ਹੈ ਅਕਾਲ ਪੁਰਖ ਦਾ, 3 ਰੂਪ ਹੈ ਮੋਏ ਕੇ ਤਾਂ ਕਿਹਾ, ਸਰਗੁਣ ਨਿਰਗੁਣ ਸ਼ਬਦ। ਪਰ ਚੌਥਾ ਮੈਂ ਪੜਿਆ ਜਦੋਂ ਸੂਰਜ ਪ੍ਰਕਾਸ਼ ਦੀ ਕਥਾ ਕੀਤੀ, ਮਹਾਰਾਜ ਨੇ ਜਦੋਂ ਆ ਕੋਟਕਪੂਰੇ ਵਾਲੇ ਕਪੂਰੇ ਨੂੰ ਕਿਹਾ, ਕਹਿੰਦਾ ਤੁਸੀਂ ਆ ਮੰਜਾ ਉੱਚਾ ਰੱਖਿਆ, ਉੱਤੇ ਚਾਦਰ ਪਾਈ ਸ਼ਸਤਰਾਂ ਤੇ, ਉੱਤੇ ਚੌਰ ਹੋ ਰਿਹਾ ਸ਼ਸਤਰਾਂ ਤੇ, ਕੀ ਸ਼ਸਤਰਾਂ ਤੇ ਮੱਖੀਆਂ ਬਹਿੰਦੀਆਂ। ਉਹ ਡੰਗਰ ਜਿਹੀ ਸੀਗਾ, ਮੋਟੇ ਦਿਮਾਗ ਵਾਲਾ। ਸਤਿਗੁਰੂ ਮਹਾਰਾਜ ਕਹਿੰਦੇ ਤੇਰੇ ਵਰਗੇ ਮੂਰਖ ਜਦੋਂ ਆ ਚਾਦਰ ਜੀ ਥੱਲੇ ਘੜੀਸਦੇ ਆਉਂਦੇ ਆ, ਇੰਨੀ ਮਿੱਟੀ ਢਾ ਕੇ ਸ਼ਸਤਰਾਂ ਤੇ ਪਾਉਂਦੇ ਆ, ਕਹਿੰਦੇ ਤੈਨੂੰ ਪਤਾ ਹੈ ਅਕਾਲ ਪੁਰਖ ਦਾ ਸਰਗਣ ਰੂਪ ਆ। ਕਹਿੰਦੇ ਉਹਨਾਂ ਨੇ ਹੀ ਬਣਾਏ ਨੇ ਸ਼ਸਤਰ। 405ਵਾਂ ਚਰਿੱਤਰ ਪੜੋ। ਬਿਮਾਰੀਆਂ ਵੀ ਨਿਰੰਕਾਰ ਜੀ ਨੇ ਦੈਂਤਾਂ ਨੂੰ ਲਾਤੀਆਂ ਸੀ ਇੱਕ ਵਾਰ। ਕਹਿੰਦੇ ਇਹਨਾਂ ਨੂੰ ਭਿਆਨਕ ਬਿਮਾਰੀਆਂ ਲਾ ਦਿਓ, ਦੈਂਤ ਸਾਰੇ ਲੰਮੇ ਪੈ ਗਏ, ਲੜੇ ਹੀ ਨਾ ਕੋਈ। ਮਹਾਰਾਜ ਕਹਿੰਦੇ ਹੁਣ ਜੰਗ ਕੀ ਨਾ ਕਰਾਂਗੇ, ਇਹ ਵੀ ਔਖਾ ਹੋ ਗਿਆ। ਫਿਰ ਧਨੰਤਰ ਵੈਦ ਪੈਦਾ ਕੀਤਾ, ਕਹਿੰਦੇ ਜਾ ਬਿਮਾਰੀਆਂ ਹਟਾ ਇਹਨਾਂ ਦੀਆਂ, ਮੈਂ ਲੜੂੰ ਕਿ ਇਹਨਾਂ ਹੁਣ। ਫਿਰ ਰਾਜੀ ਰੂਜੀ ਕਰਕੇ ਉਹ ਫੇਰ ਲੜਨ ਲੱਗ ਜਾਂਦਾ। ਅਕਾਲ ਪੁਰਖ ਨੂੰ ਤਾਂ ਜੰਗ ਹੀ ਪਿਆਰੀ ਹੈ। ਸ਼ਸਤਰ ਧਾਰੀ ਨੇ ਨਿਰੰਕਾਰ ਜੀ, ਤਿੰਨਾਂ ਲੋਕਾਂ ਦੇ ਰਾਜੇ ਮਹਾਂਪੁਰਖ ਅਕਾਲ ਪੁਰਖ ਵਾਹਿਗੁਰੂ ਸੋ ਪੁਰਖ ਸਤਿਪੁਰਖ, ਉਹ ਨਿਰੰਕਾਰ ਜੀ ਨੇ ਜਿਨ੍ਹਾਂ ਨੂੰ ਸ਼ਸਤਰ ਪਿਆਰਾ ਹੈ। ਮਹਾਰਾਜ ਕੋਲ ਕਿ ਜੇ ਬਿਨਾਂ ਸ਼ਸਤਰ ਤੋਂ ਜਾਂਦਾ ਸੀ, ਇੰਨਾ ਨਹੀਂ ਸੀ ਧਿਆਨ ਦਿੰਦੇ। ਜੇ ਕੋਈ ਸਿੰਘ ਅੱਜ ਨਵਾਂ ਸ਼ਸਤਰ ਲਗਿਆ, ਜੇ ਕੋਈ ਹੋਰ ਚੀਜ਼ ਲੈ ਕੇ ਦਮਾਲੇ ਸਜਾ ਕੇ ਸਿੰਘ ਸਜ ਕੇ ਜਾਂਦੇ ਸੀ ਤਾਂ ਮਹਾਰਾਜ ਬੜਾ ਲਾਡ ਕਰਦੇ ਸੀ। ਇਹ ਲਾਡਲੀ ਫੌਜ ਹੈ। ਇਹ ਤੁਸੀਂ ਸਾਰਾ ਕੁਝ ਹੌਲੀ ਹੌਲੀ ਛੱਡੀ ਜਾਂਦੇ ਹੋ, ਛੱਡੀ ਜਾਂਦੇ ਹੋ, ਛੱਡੀ ਜਾਂਦੇ ਹੋ। ਕਿਰਪਾਨ ਭਾਰੀ ਲੱਗਦੀ ਆ। ਹੁਣ ਇਹ ਕੰਘਾ ਭਾਰਾ। ਕਈਆਂ ਮਾਈਆਂ ਦੇ ਇੰਨਾ ਸੋਨਾ ਪਾਇਆ ਹੁੰਦਾ, ਇੱਕ ਪਾਸੇ ਪੰਜੇ ਕਕਾਰ ਰੱਖ ਲਓ, ਇੱਕ ਪਾਸੇ ਸਾਰਾ ਸੋਨਾ ਰੱਖ ਲਓ, ਸੋਨਾ ਵੱਧ ਭਾਰਾ ਨਿਕਲੂਗਾ। ਉਹੀ ਖਾਮ ਖਾਏ ਭਾਰ ਆ ਜੀ, ਭਾਰ ਆ ਸਾਡੇ। ਜੇ ਆਪਦੀ ਮਰਜ਼ੀ ਹੋ ਜੇ ਸਿਰ ਤੇ ਕਈ ਕੁਝ ਹੋਰ ਰੱਖ ਲੈਂਦੀਆਂ ਨੇ। ਭਾਈ ਵੀ ਏਦਾਂ ਹੀ ਕਰਦੇ ਨੇ। ਮਹਾਂਪੁਰਖ ਕਹਿੰਦੇ ਹੁੰਦੇ ਸੀ ਡੱਬ 'ਚ ਬੋਤਲ ਦੇ ਡੀ ਤਾਂ ਇਹਨਾਂ ਨੂੰ ਸੌਖੀ ਲੱਗਦੀ ਆ, ਤੇ ਕਿਰਪਾਨ ਦਾ ਭਾਰ ਮੰਨਦੇ ਆ। ਇਸ ਕਰਕੇ ਜਿਹੜਾ ਨਾ ਮਹਾਂਪੁਰਖਾਂ ਨੇ ਇਹ ਗੱਲ ਕਹੀ ਸੀ, ਕਹਿ ਰਹੇ ਉਹਨਾਂ ਨੇ ਕਿਹਾ ਵੀ ਚੱਲ ਜੇ ਕੋਈ ਘੱਟ ਪੜੂ ਬਾਣੀ, ਜਪਜੀ ਸਾਹਿਬ ਹੀ ਸਹੀ। ਕਰਦਿਆਂ ਕਰਦਿਆਂ ਕਹਿੰਦੇ ਮਹਾਰਾਜ ਇਹੋ ਜਿਹਾ ਸਮਾਂ, ਕਹਿੰਦੇ ਹਾਂ ਭਾਈ ਸਮਾਂ ਤਾਂ ਇਦਾਂ ਦਾ ਆਜੂ, ਪਾਠ ਕਰਨ ਤੋਂ ਸਾਰੇ ਜਾਣੇ ਮੁਨਕਰ ਹੋ ਜਾਣਗੇ। ਕਹਿੰਦੇ ਫੇਰ ਵੀ ਅਸੀਂ ਸਲਾਹ ਦਿਆਂਗੇ, 2 ਟਾਈਮ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਮੱਥਾ ਵੀ ਟੇਕ ਲੂਗਾ ਨਾ, ਉਹਦਾ ਵੀ ਪਾਰ ਉਤਾਰਾ ਹੋ ਜਾਊਗਾ। ਕਹਿੰਦੇ ਮਹਾਰਾਜ ਜੇ 2 ਟਾਈਮ ਵੀ ਨਾ, ਕਹਿੰਦੇ ਫਿਰ 1 ਟਾਈਮ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਵੇ, ਉਹਦਾ ਵੀ ਜੰਮਣਾ ਮਰਨਾ ਕੱਟ ਦਿਆਂਗੇ। ਗੁਰੂ ਗ੍ਰੰਥ ਸਾਹਿਬ ਆਪ ਨਿਰੰਕਾਰ ਨੇ। ਅਸੀਂ ਬੜਾ ਰੌਲਾ ਪਾਉਂਦੇ ਹਾਂ, ਸਾਡੀ ਕੋਈ ਗੱਲ ਨਹੀਂ ਤੁਸੀਂ ਸੁਣਦੇ। ਜਦੋਂ ਤੁਹਾਡੇ ਤੇ ਮੁਸੀਬਤਾਂ ਇੰਨੀਆਂ ਖੜੀਆਂ ਹੋ ਜਾਣੀਆਂ ਆਉਣ ਵਾਲੇ ਸਮੇਂ 'ਚ, ਫਿਰ ਤੁਸੀਂ ਕਹੋਗੇ ਹੁਣ ਸੁਣੋ ਇਹਦੀ ਗੱਲ ਬਈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਹੀ ਬਹੁਤ ਲਾਭ ਹੈ। ਬਾਬਾ ਹਰਨਾਮ ਸਿੰਘ ਰਾਮਪੁਰ ਖੇੜ ਵਾਲੇ ਨਿਤਨੇਮ 5 ਬਾਣੀਆਂ ਅਸੀਂ ਇਕੱਠੇ ਬਹਿ ਕੇ ਕਰਦੇ ਹੁੰਦੇ ਸੀ। ਇਹ ਮੇਰੇ ਚੰਗੇ ਭਾਗ, ਮੈਂ ਉਹਨਾਂ ਨਾਲ ਬਹਿ ਕੇ 5 ਬਾਣੀਆਂ ਪਾਠ ਕਰਦੇ। ਬਾਅਦ ਵਿੱਚ ਉਹਨਾਂ ਸ੍ਰੀ ਸਾਹਿਬ ਸਾਰੀ ਬਾਹਰ ਕੱਢ ਲੈਣੀ। ਏਦਾਂ ਕਰਕੇ ਉਹਨਾਂ ਦਾ ਸੇਵਾਦਾਰ ਭਾਈ ਅਮਰ ਸਿੰਘ ਸੀ, ਜਿਹੜਾ ਲੰਗਰ ਦੇ ਵਿੱਚ ਲਾਂਗਰੀ ਸੀ, ਵੈਸੇ ਉਹ ਚਾਹ ਪਾਣੀ ਬਣਾਉਂਦਾ। ਉਹਨਾਂ ਆ ਸਾਰੀ ਸ੍ਰੀ ਸਾਹਿਬ ਪਹਿਲਾਂ ਸਾਫ਼ ਕਰਨੀ, ਧੋਣੀ, ਕੱਪੜੇ ਨਾਲ ਸਾਫ਼ ਕਰਕੇ ਦੇਣੀ। ਬਾਬਾ ਜੀ ਨੇ ਰੋਜ਼ ਏਦਾਂ ਫੜ ਕੇ ਕਹਿਣਾ, ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸਾਹਿਬ ਸਰੋਈ ਸਹਿਤੀ ਯਹ ਹਮਾਰੇ ਪੀਰ ਕਹਿ ਕੇ ਮੱਥੇ ਲਾਉਣੀ। ਫਿਰ ਉਹ ਬਿਆਨ ਦੇ ਵਿੱਚ ਪਾਉਣੀ। ਸਾਨੂੰ ਕਹਿਣਾ ਤੁਸੀਂ ਵੀ ਕਰਿਆ ਕਰੋ ਸ਼ਸਤਰ ਦਾ ਸਤਿਕਾਰ, ਮੱਥਾ ਟੇਕਿਆ ਕਰੋ ਸ੍ਰੀ ਸਾਹਿਬ ਨੂੰ। ਇਹ ਅਕਾਲ ਪੁਰਖ ਦੀ ਜੋਤ ਹੈ, ਇਹਦੇ ਵਿੱਚ ਇਹ ਅਕਾਲ ਸ਼ਕਤੀ ਆ। 5 ਬਾਣੀਆਂ ਦਾ ਨਿਤਨੇਮ, ਫਿਰ ਸੁਖਮਨੀ ਸਾਹਿਬ ਦਾ ਪੜ੍ਹਨਾ, ਫਿਰ ਸੱਤੇ ਬਲਵੰਡੇ ਦੀ ਵਾਰ ਦਾ ਜ਼ਿਕਰ ਕਰਨਾ। ਹੌਲੀ ਹੌਲੀ ਮੈਂ ਕਈ ਵਾਰ 4 ਦਿਨ ਰਹਿ ਹੋਣਾ, 20 ਦਿਨ ਰਹਿ ਹੋਣਾ। ਫਿਰ ਮੈਨੂੰ ਕਹਿਣਾ, ਮੈਂ ਇੱਕ ਵਾਰ ਚੰਡੀ ਦੀ ਵਾਰ ਸ਼ਾਮ ਨੂੰ ਪੜ੍ਹਨ ਲੱਗ ਪਿਆ। ਕਹਿੰਦੇ ਸ਼ਹੀਦ ਸਿੰਘ ਆ ਮੈਨੂੰ ਆ ਕੇ ਕਹਿੰਦੇ, ਇਹ ਚੰਡੀ ਦੀ ਵਾਰ ਹਰਨਾਮ ਸਿੰਘ ਸ਼ੁਰੂ ਤੱਕ ਕਰ ਲਈ ਆ ਤੁਸੀਂ, ਪਰ ਹੁਣ ਬੰਦ ਨਾ ਕਰਿਓ, ਹੁਣ ਸਾਰੀ ਰਾਤ ਚੱਲਣ ਦਿਓ। ਹੁਣ ਅੰਮ੍ਰਿਤ ਵੇਲੇ ਵਿੱਚ ਭੋਗ ਪਾਇਓ ਜਾ ਕੇ ਇਹਦਾ। ਕਹਿੰਦੇ ਸ਼ਾਮ ਨੂੰ ਨਹੀਂ ਕਰਨੀ।
ਬਹੁਤ ਸਾਰੀਆਂ ਚੀਜ਼ਾਂ ਇਦਾਂ ਜੇ ਨਾ ਪ੍ਰੈਕਟੀਕਲੀ ਉਹਨਾਂ ਨਾਲ ਵਰਤਿਆ ਹੁੰਦਾ, ਮੈਂ ਉਹਦੇ ਤੇ ਜ਼ਿਆਦਾ ਯਕੀਨ ਕਰਦਾ। ਕਿਤਾਬਾਂ ਵਿੱਚ ਕੀ ਆ, ਕਿਤਾਬਾਂ ਤਾਂ ਹੁਣ ਜਿਹੜੀਆਂ ਪੁਰਾਣੀਆਂ ਸੀ ਉਹਨਾਂ 'ਚ ਲਿਖਤਾਂ ਹੋਰ ਆ ਜਿਹੜੀਆਂ ਅੱਜ ਕੱਲ ਦੇ ਲਿਖਾਰੀਆਂ ਲਿਖੀਆਂ ਹੋਰ ਆ, ਇਹਨਾਂ ਵਿੱਚ ਤਾਂ ਉਹ ਚੀਜ਼ਾਂ ਹੀ ਨਹੀਂ ਹੈਗੀਆਂ। ਮੈਂ ਇੱਕੋ ਹੀ ਤਰ੍ਹਾਂ ਦੀ 10 ਗ੍ਰੰਥੀ ਮੈਂ ਮੇਰੇ ਕੋਲ ਪੁਰਾਣੀ ਹੈ ਸਟੀਕ, ਉਹਦੇ ਨਾਲ ਜੇ ਮੈਂ ਨਵੀਂ ਲਈ ਹੈ, ਜਿਹੜੀਆਂ ਚੀਜ਼ਾਂ ਉਹਦੇ 'ਚ ਆਏ ਉਹਦੇ 'ਚ ਹੈ ਹੀ ਨਹੀਂ ਦੂਜੀ 'ਚ। ਹੁਣ ਮੈਂ ਕਿਹਾ ਉਹ ਮੈਂ ਦੁਕਾਨਦਾਰ ਨੂੰ ਕਿਹਾ, ਮੈਂ ਕਿਹਾ ਇਹ ਵਿੱਚੋਂ ਚੀਜ਼ਾਂ ਕਿਉਂ ਖਤਮ ਕਰਤੀਆਂ? ਇਦਾਂ ਕਰਦੇ ਆ, ਹੌਲੀ ਹੌਲੀ ਵਿੱਚੋਂ ਚੀਜ਼ਾਂ ਘਟਾਈ ਜਾਂਦੇ ਆ, ਹੌਲੀ ਹੌਲੀ ਮਰੈਤ ਵਿੱਚ ਫਰਕ ਪਾਈ ਜਾਂਦੇ ਆ। ਇਹਨਾਂ ਚੀਜ਼ਾਂ ਦਾ ਹਮੇਸ਼ਾ ਖਿਆਲ ਰੱਖੋ। ਮੈਂ ਤਾਂ ਤੁਹਾਨੂੰ ਲਾਉਣਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਇੱਕ ਵਾਰ ਜ਼ਰੂਰ ਦਰਸ਼ਨ ਕਰਨੇ, ਵੈਸੇ ਤਾਂ 2 ਵਾਰ ਕਰੋ। ਆਪਣਾ ਕੋਈ ਬਹੁਤ ਖਾਸ ਰਿਸ਼ਤੇਦਾਰ ਹੋਵੇ ਨਾ, ਜਾਂ ਕੋਈ ਬਹੁਤਾ ਹੀ ਪਿਆਰਾ ਹੋਵੇ, ਜੇ ਕਿਤੇ ਆਪਾਂ ਨੂੰ ਕਿਤੇ ਬੱਸ ਅੱਡੇ ਤੇ ਜਾਂ ਸੜਕ ਤੇ ਮਿਲ ਪਵੇ, ਬੜੇ ਖੁਸ਼ ਹੋ ਕੇ ਜੱਫੀਆਂ ਪਾ ਮਿਲਦੇ ਉਹਨੂੰ, ਭਾਈ ਅੱਜ ਤਾਂ ਵੀ ਰੱਬ ਨੇ ਕਿਰਪਾ ਕਰਤੀ ਤਾਂ ਤੂੰ ਮਿਲ ਗਿਆ ਭਾਈ, ਬੜੀ ਖੁਸ਼ੀ ਹੋਈ ਮੈਨੂੰ। ਅਸੀਂ ਨਹੀਂ ਕਰਦੇ। ਮੈਨੂੰ ਤਾਂ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੈ ਕੇ ਜਾਂਦੇ ਹੋਣ ਕਿਤੇ ਨਗਰ ਕੀਰਤਨ, ਅਸੀਂ ਤਾਂ ਖੁਸ਼ ਹੁੰਦੇ ਆ। ਆਓ ਅੱਜ ਮਹਾਰਾਜ ਨੇ ਆਪ ਦਰਸ਼ਨ ਦਿੱਤੇ ਆਪਾਂ ਨੂੰ, ਇਹ ਹੁੰਦੀ ਕਿਰਪਾ। ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਤੁਹਾਨੂੰ ਜੇ ਹੋ ਜਾਣ ਅਚਾਨਕ ਤਾਂ ਇਉਂ ਸਮਝੋ ਅੱਜ ਭਾਗਾਂ ਵਾਲਾ ਦਿਨ, ਅੱਜ ਦਰਸ਼ਨ। ਤੁਸੀਂ ਇਹਨਾਂ ਨੂੰ ਅਹਿਮੀਅਤ ਨਹੀਂ ਦਿੰਦੇ, ਤੁਸੀਂ ਇਹਨਾਂ ਨੂੰ ਵੱਡੇ ਨਹੀਂ ਸਮਝਦੇ, ਤੁਸੀਂ ਆਪਣੀ ਬੁੱਧੀ ਨੂੰ ਹੀ ਵੱਡੇ ਸਮਝੀ ਜਾਂਦੇ ਹੋ। ਇਸ ਕਰਕੇ ਇਹਨਾਂ ਗੱਲਾਂ ਦਾ ਸਾਰੀ ਸੰਗਤ ਧਿਆਨ ਦਿਓ। ਆਪਾਂ ਹੁਣ ਮਹਾਂਪੁਰਖਾਂ ਦੀ ਬਰਸੀ ਤੇ ਇਕੱਠੇ ਹੋਏ ਆ, ਪ੍ਰੇਰਨਾ ਸਰੋਵਰ ਨੇ ਮਹਾਂਪੁਰਖ ਬ੍ਰਹਮ ਗਿਆਨੀ ਸਤ ਜੀਵ ਹੈ, ਨਹੀਂ ਮਰਤਾ। ਕੋਈ ਬ੍ਰਹਮ ਗਿਆਨੀ ਕਿਤੇ ਨਹੀਂ ਜਾਂਦਾ ਹੈ। ਪੁਰਾਣੇ ਤੋਂ ਪੁਰਾਣੇ, ਨਵੇਂ ਤੋਂ ਨਵੇਂ, ਹਰ ਇੱਕ ਮਹਾਂਪੁਰਖ ਇੱਥੇ ਹੈ। ਮੈਂ ਇੱਕ ਮਹਾਂਪੁਰਖ ਨੂੰ, ਮੈਨੂੰ ਕਹਿੰਦੇ ਅੱਜ ਸਾਰੀ ਕਥਾ ਦੀ ਹਾਜ਼ਰੀ ਸੱਚਖੰਡ ਲੱਗੀ। ਮੈਂ ਕਿਹਾ ਉਹ ਕਿੱਦਾਂ ਲੱਗੀ? ਕਹਿੰਦੇ ਤੈਨੂੰ ਉਦਾਹਰਣ ਦੇ ਦਿੰਦੇ, ਤੈਨੂੰ ਆਪੇ ਸਮਝ ਲੱਗ ਜੂ। ਕਹਿੰਦੇ ਜਿਵੇਂ ਸਾਰੀ ਸੱਤ ਨੂੰ ਸ਼ੀਸ਼ਾ ਲੱਗਿਆ ਉੱਪਰ ਛੱਤ ਤੇ ਉੱਤੇ ਦੇਖੋ, ਤੇਰੀ ਵੀ ਫੋਟੋ ਦਿਖੂ, ਇਹਨਾਂ ਦੀ ਵੀ ਦਿਖੂ, ਇਹਨਾਂ ਦੀ ਵੀ ਦਿਖੂ, ਸਾਰੇ ਦਿਖ ਰਹੇ। ਗੁਰੂ ਗ੍ਰੰਥ ਸਾਹਿਬ ਜੀ ਵੀ ਐਂ ਦਿਖਣਗੇ ਵਿੱਚ ਸ਼ੀਸ਼ੇ ਤੇ। ਕਹਿੰਦੇ ਇਸੇ ਤਰ੍ਹਾਂ ਬਣੀ ਤਣੀ ਸੰਗਤ ਸਾਰੀ ਸੱਚਖੰਡ 'ਚ ਦਿਖਦੀ ਹੈ। ਉਹ ਸਾਰੇ ਉੱਥੇ ਵੀ ਕਥਾ ਸੁਣਦੇ ਹੁੰਦੇ ਬਹਿ ਕੇ, ਤੇ ਇੱਥੇ ਵੀ ਸੁਣਦੇ ਆ। ਇਹ ਨਹੀਂ ਕਿ ਇੱਥੇ ਕੀਰਤਨ ਹੋ ਰਿਹਾ ਦਰਬਾਰ ਸਾਹਿਬ 'ਚ ਤੇ ਉੱਥੇ ਨਹੀਂ ਸੁਣਦਾ, ਨਹੀਂ, ਉੱਥੇ ਵੀ ਸੁਣਦਾ। ਦਰਬਾਰ ਸਾਹਿਬ ਦਾ ਕੀਰਤਨ ਉੱਥੇ ਵੀ ਸੁਣਦਾ। ਇੱਥੇ ਹੋ ਰਹੀ ਹਰ ਗਤੀਵਿਧੀ ਸਾਡੀ ਉੱਥੇ ਨਾਲ ਨਾਲ ਜਾਂਦੀ ਹੈ। ਐ ਤਾਂ ਪੰਥ ਸਾਰਾ ਰੁੜ ਜਾਂਦਾ ਹੁਣ ਨੂੰ, ਉਹਨਾਂ ਦੀ ਪੂਰੀ ਪੰਥ ਦੇ ਉੱਤੇ ਕਿਰਪਾ।